ਬਾਈਨਰੀ ਸਰਚ ਟਰੀ। ਬਾਈਨਰੀ ਟਰੀ ਬਾਰੇ ਆਪਾਂ ਪੜ੍ਹ ਲਿਆ ਸੀ। ਬਾਈਨਰੀ ਸਰਚ ਟਰੀ ਇੱਕ ਤਰ੍ਹਾਂ ਦਾ ਬਾਈਨਰੀ ਟਰੀ ਹੈ ਜਿਸ ਦੇ ਅੰਦਰ ਅਸੀਂ ਐਲੀਮੈਂਟਸ ਨੂੰ ਇਸ ਤਰੀਕੇ ਦੇ ਨਾਲ ਫਿੱਟ ਕਰਦੇ ਹਾਂ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਵਿਜ਼ਿਟ ਕਰਨਾ, ਸਰਚ ਕਰਨਾ ਜਾਂ ਉਹਨਾਂ ਨੂੰ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ ਆਰਡਰ ਦੇ ਵਿੱਚ ਟਰੈਵਰਸ ਕਰਨਾ ਉਹ ਬਹੁਤ ਈਜ਼ੀ ਹੋ ਜਾਂਦਾ ਹੈ। ਐਲੀਮੈਂਟਸ ਦੀ ਸੈਟਿੰਗ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ। ਬਾਈਨਰੀ ਟਰੀ ਨੂੰ ਥੋੜਾ ਐਕਸਟੈਂਡ ਕੀਤਾ ਗਿਆ। ਬਾਈਨਰੀ ਟਰੀ ਦੇ ਵਿੱਚ ਅਸੀਂ ਐਲੀਮੈਂਟਸ ਨੂੰ ਪਲੇਸ ਕਰਨ ਵੇਲੇ ਕੁਝ ਕੈਲਕੂਲੇਸ਼ਨਸ ਨਹੀਂ ਸੀ ਕੀਤੀਆਂ, ਅਸੀਂ ਜਸਟ A B C D ਇੱਦਾਂ ਅਟੈਚ ਕਰਤੀਆਂ। ਹੁਣ ਅਸੀਂ ਥੋੜਾ ਧਿਆਨ ਰੱਖਾਂਗੇ ਕਿ ਕਿੱਥੇ ਅਸੀਂ ਉਹ ਨੋਡ ਜਿਹੜੀ ਹੈ ਉਹ ਅਟੈਚ ਕਰ। ਜਿਵੇਂ ਮੰਨ ਲਓ ਇੱਥੇ 20 ਇੱਕ ਸਾਡੇ ਕੋਲੇ ਨੋਡ ਹੈ। 20 ਤੋਂ ਲੈਫਟ ਹੈਂਡ ਸਾਈਡ ਤੇ ਜਿੰਨੇ ਵੀ ਐਲੀਮੈਂਟਸ ਹੋਣਗੇ ਉਹ ਸਾਰੇ 20 ਤੋਂ ਲੈਸ ਹੋਣਗੇ। 20 ਤੋਂ ਰਾਈਟ ਸਾਈਡ ਵਾਲੇ ਸਬ ਟਰੀ ਦੇ ਵਿੱਚ ਜਿੰਨੇ ਵੀ ਐਲੀਮੈਂਟਸ ਹੋਣਗੇ ਉਹ 20 ਤੋਂ ਗ੍ਰੇਟਰ ਹੋਣਗੇ। ਇਸੇ ਤਰ੍ਹਾਂ ਨਾਲ ਇਹਨਾਂ ਸਬ ਟਰੀਜ਼ ਦੇ ਅੰਦਰ ਰੂਲ ਨੂੰ ਫਾਲੋ ਕਰਨਾ ਹੈ। ਜਿਵੇਂ 22 ਹੈ, ਇਹਦੇ ਲੈਫਟ ਸਾਈਡ ਤੇ ਜਿਹੜੀ ਨੋਡ ਹੈ ਜਾਂ ਸਬ ਟਰੀ ਹੈ ਉਹ ਸਾਰੇ ਐਲੀਮੈਂਟ 22 ਤੋਂ ਸਮਾਲਰ ਹੋਣਗੇ ਐਂਡ ਰਾਈਟ ਸਾਈਡ ਦੇ ਉੱਤੇ ਜਿਹੜਾ ਸਬ ਟਰੀ ਹੈ ਉਸ ਦੇ ਵਿੱਚ ਸਾਰੇ ਐਲੀਮੈਂਟ 22 ਨਾਲੋਂ ਗ੍ਰੇਟਰ ਹੋਣਗੇ। ਸੋ ਬਾਈਨਰੀ ਸਰਚ ਟਰੀ ਦੇ ਵਿੱਚ ਐਲੀਮੈਂਟਸ ਦੀ ਪਲੇਸਮੈਂਟ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਅਸੀਂ ਉਸ ਨੂੰ ਉਸਦੇ ਲੈਫਟ ਸਬ ਟਰੀ 'ਚ ਸਾਰੇ ਐਲੀਮੈਂਟ ਸਮਾਲਰ ਤੇ ਰਾਈਟ ਸਾਈਡ ਦੇ ਵਿੱਚ ਜਿਹੜੇ ਰਾਈਟ ਸਬ ਟਰੀ 'ਚ ਜਿਹੜੇ ਐਲੀਮੈਂਟਸ ਨੇ ਉਹ ਗ੍ਰੇਟਰ ਦੈਨ ਦਾ ਰੂਟ ਹੁੰਦੇ। ਰੂਟ ਐਲੀਮੈਂਟ ਨਾਲ ਕੰਪੇਅਰ ਕਰਨਾ ਹੈ ਜਦੋਂ ਵੀ ਅਸੀਂ ਕਿਸੇ ਐਲੀਮੈਂਟ ਨੂੰ ਪਲੇਸ ਕਰਨਾ ਹੁੰਦਾ ਹੈ। ਸੋ ਅ ਬਾਈਨਰੀ tree that has all the elements in its left subtree of a node n are less than the contents of n, and all the elements in the right subtree of n are greater than or equal to the contents of n. So left side te sare elements less than n, the value of n matlab root, and right side te the elements should be greater than the value of root. If a binary search tree is traversed in order and the contents of each node are printed as a node visited, the numbers are printed in the ascending order. This is a special characteristic of binary search tree. In order traversals ਅਸੀਂ ਡਿਸਕਸ ਕੀਤੇ ਸੀ। in order traversal ਦੇ ਅਕੋਰਡਿੰਗਲੀ ਅਗਰ ਅਸੀਂ ਟਰੀ ਦੇ ਸਾਰੇ ਐਲੀਮੈਂਟਸ ਨੂੰ ਪ੍ਰਿੰਟ ਕਰਦੇ ਹਾਂ they will always be printed in increasing order, in ascending order. The smallest element will always be printed at the earliest position and the largest element will be printed at the end. So if we traverse the binary search tree in order traversal, then all the elements will be printed in ascending order. This is the program in C language, binary search tree. ਉਸੇ ਤਰ੍ਹਾਂ ਨਾਲ ਟਰੀ ਨੂੰ ਅਸੀਂ ਡਿਫਾਈਨ ਕਰ ਲਿਆ। ਸਟਰਕਚਰ ਹੈ ਟਰੀ ਨੋਡ, ਇੱਕ ਨੋਡ ਡਿਫਾਈਨ ਕਰਨੀ ਹੁੰਦੀ ਹੈ ਜਿਵੇਂ ਬਾਈਨਰੀ ਟਰੀ ਨੂੰ ਕਰਦੇ ਸੀ, ਸੇਮ ਉਹੀ ਹੈ ਕਿਉਂਕਿ ਬਾਈਨਰੀ ਟਰੀ ਤੋਂ ਹੀ ਬਾਈਨਰੀ ਸਰਚ ਟਰੀ ਬਣਿਆ। ਸੋ ਇਹਦੇ ਵਿੱਚ ਡਾਟਾ ਨੋਡ ਹੈ, ਦੈਨ ਲੈਫਟ ਸਬ ਟਰੀ ਦੇ ਲਈ ਲੈਫਟ ਪੁਆਇੰਟਰ ਹੈ ਐਂਡ ਰਾਈਟ ਸਬ ਟਰੀ ਦੇ ਲਈ ਰਾਈਟ ਪੁਆਇੰਟਰ ਹੈ। ਆ ਕੁਝ ਫੰਕਸ਼ਨਸ ਦੇ ਅਸੀਂ ਡੈਕਲੇਰੇਸ਼ਨਸ ਦਿੱਤੀਆਂ ਨੇ ਇਨਸਰਟ ਕਰਨ ਲਈ, ਇਨ ਆਰਡਰ ਟਰੈਵਰਸਲ ਲਈ, ਪ੍ਰੀ ਆਰਡਰ ਟਰੈਵਰਸਲ ਲਈ, ਪੋਸਟ ਆਰਡਰ ਟਰੈਵਰਸਲ ਲਈ। ਇਸ ਤਰ੍ਹਾਂ ਨਾਲ ਅਸੀਂ ਡਿਕਲੇਅਰ ਕਰ ਲਏ ਨੇ ਫੰਕਸ਼ਨ ਜਿਨ੍ਹਾਂ ਦੀ ਡੈਫੀਨੀਸ਼ਨ ਅਸੀਂ ਮੇਨ ਤੋਂ ਬਾਅਦ ਦਿਆਂਗੇ।
ਮੇਨ ਇੱਥੋਂ ਸ਼ੁਰੂ ਹੁੰਦਾ ਹੈ। ਅਸੀਂ ਇੱਕ ਟਰੀ ਦਾ ਇੱਕ ਪੁਆਇੰਟਰ ਅਸੀਂ ਡਿਫਾਈਨ ਕਰ ਲਿਆ। ਟਰੀ ਦਾ ਪੁਆਇੰਟਰ ਡਿਫਾਈਨ ਕਰ ਲਿਆ। ਸੋ ਇਹ ਸਟਰਕਟ ਟਰੀ ਨੋਡ bs ਟਰੀ ਨਾਂ ਦਾ ਆਪਾਂ ਇੱਕ ਪੁਆਇੰਟਰ ਡਿਕਲੇਅਰ ਕਰ ਲਿਆ। bs ਟਰੀ ਨੂੰ ਪਹਿਲਾਂ ਆਪਾਂ ਨਲ ਸੈੱਟ ਕਰ ਦਿੱਤਾ, ਮੀਨਸ ਉਹ ਖਾਲੀ ਹੈ, ਉਹਦੇ ਵਿੱਚ ਕੋਈ ਨੋਡ ਨਹੀਂ ਹੈ। ਨਲ ਮੀਨਸ ਐਮਪਟੀ। ਉਸ ਤੋਂ ਬਾਅਦ ਅਸੀਂ ਇਨਸਰਟ ਫੰਕਸ਼ਨ ਬਣਾਇਆ, ਜਿਹੜਾ ਉਸ ਨੂੰ ਕਾਲ ਕਰਿਆ, bs ਟਰੀ ਦਾ ਐਡਰੈਸ ਭੇਜਿਆ ਤੇ 20 ਉਹਦੇ ਵਿੱਚ ਇਨਸਰਟ ਕਰਨਾ। ਫਿਰ ਇਸੇ ਤਰ੍ਹਾਂ 15 ਇਨਸਰਟ ਕੀਤਾ, 30 ਇਨਸਰਟ ਕੀਤਾ। ਉਸ ਤੋਂ ਬਾਅਦ ਤਿੰਨੋਂ ਆਰਡਰਸ ਦੇ ਵਿੱਚ ਅਸੀਂ ਇਹਨੂੰ ਇਨ ਆਰਡਰ, ਪ੍ਰੀ ਆਰਡਰ, ਪੋਸਟ ਆਰਡਰ 'ਚ ਡਿਸਪਲੇ ਵੀ ਕਰਕੇ ਦੇਖਣਾ। ਹੁਣ ਇਨਸਰਟ ਫੰਕਸ਼ਨ ਕੰਮ ਕਿਵੇਂ ਕਰੇਗਾ? ਵਾਇਡ ਇਨਸਰਟ ਆ ਫੰਕਸ਼ਨ, ਇਹਨੂੰ ਆਪਾਂ ਟਰੀ ਨੋਡ ਦੇ ਦਾ ਐਡਰੈਸ ਦਿੱਤਾ ਸੀ, ਇਸ ਕਰਕੇ ਕਿਉਂਕਿ ਉਹ ਸਿੰਗਲ ਐਸਟਰਿਸਕ ਵਾਲਾ ਜੋ ਸੀ ਪੁਆਇੰਟਰ, ਤਾਂ ਉਹਦਾ ਐਡਰੈਸ ਰਿਸੀਵ ਕਰਨ ਲਈ ਡਬਲ ਐਸਟਰਿਸਕ ਵਾਲਾ ਪੁਆਇੰਟਰ ਇੱਥੇ ਡਿਕਲੇਅਰ ਕਰਨਾ ਪਏਗਾ। ਐਡਰੈਸ ਇੱਥੇ ਰਿਸੀਵ ਹੋ ਜਾਏਗਾ ਤੇ n ਦੇ ਵਿੱਚ ਉਹ ਵੈਲਿਊ ਜਿਹੜੀ ਅਸੀਂ ਇਨਸਰਟ ਕਰਨੀ, ਅਸੀਂ ਟੈਸਟ ਕਰਾਂਗੇ ਇਫ bs tree is equal to null, it means bs tree is totally empty, bs tree ਖਾਲੀ ਹੈ, ਉਹ ਨੋਡ ਖਾਲੀ ਹੈ ਜਿਸ ਦਾ ਐਡਰੈਸ ਭੇਜਿਆ ਗਿਆ। ਉਹ ਪਹਿਲੀ ਵਾਰ ਉਹ ਨੋਡ ਜਿਹੜੀ ਹੈ ਉਹ ਫਸਟ ਨੋਡ ਹੋਏਗੀ, ਨੈਕਸਟ ਟਾਈਮ ਦੇ ਉੱਤੇ ਉਹ ਕੋਈ ਹੋਰ ਨੋਡ ਵੀ ਹੋ ਸਕਦੀ ਹੈ, ਕਿਉਂਕਿ ਇਹ ਇੱਕ ਰਿਕਰਸਿਵ ਕਾਲ ਹੋਣੀ ਹੈ, ਇਸ ਕਰਕੇ ਜਿਹੜੀਆਂ ਸਬ ਨੋਡਸ ਹੋਣਗੀਆਂ ਉਹਨਾਂ ਦਾ ਐਡਰੈਸ ਵੀ ਇੱਥੇ ਹੀ ਰਿਸੀਵ ਹੋਣਾ। ਸੋ ਸ਼ੁਰੂ ਦੇ ਵਿੱਚ ਕਿਉਂਕਿ bs tree ਐਮਪਟੀ ਹੈ, ਨਲ ਹੈ, ਤਾਂ ਅਸੀਂ ਉਸ ਨੂੰ ਪਹਿਲਾਂ ਤਾਂ ਮੈਮਰੀ ਐਲੋਕੇਟ ਕੀਤੀ। bs tree is equal to malloc ਮੈਮਰੀ ਐਲੋਕੇਟ। ਕਿੰਨੀ ਕਰਨੀ ਹੈ ਮੈਮਰੀ ਐਲੋਕੇਟ? ਉਹਦਾ ਸਾਈਜ਼ ਦੱਸਣਾ ਪਏਗਾ, ਤਾਂ ਸਾਈਜ਼ ਆਫ ਆਪਰੇਟਰ ਲਾਇਆ, ਸਟਰਕਟ ਟਰੀ ਨੋਡ, ਇੰਨਾ ਸਾਈਜ਼ ਇਹ ਆਟੋਮੈਟਿਕਲੀ ਕੈਲਕੂਲੇਟ ਕਰੇਗਾ। ਸਾਈਜ਼ ਆਫ ਆਪਰੇਟਰ ਦਾ ਕੰਮ ਹੈ ਡਾਟਾ ਟਾਈਪ ਤੋਂ ਸਾਈਜ਼ ਕੈਲਕੂਲੇਟ ਕਰ ਲੈਣਾ। ਸੋ ਇਹ ਇੱਕ ਡਾਟਾ ਟਾਈਪ ਹੈ ਸਾਡੀ ਨੋਡ ਦੀ, ਤੇ ਇਹਦੇ ਤੋਂ ਜਿੰਨਾ ਵੀ ਸਾਈਜ਼ ਹੋਏਗਾ ਉਹਨਾਂ ਇਹ ਸਾਈਜ਼ ਕੈਲਕੂਲੇਟ ਕਰੇਗਾ। ਮੈਲੋਕ ਉਹਨਾਂ ਮੈਮਰੀ ਜਿਹੜੀ ਹੈ ਉਹ ਐਲੋਕੇਟ ਕਰਕੇ bs tree ਨੂੰ ਦੇ ਦੇਗਾ। bs tree ਦੇ ਵਿੱਚ ਫਿਰ ਅਸੀਂ ਸੈਟਿੰਗ ਕਰਨੀਆਂ ਨੇ। bs tree ਦੇ ਡਾਟਾ 'ਚ ਅਸੀਂ n ਦੀ ਵੈਲਿਊ ਪਾਤੀ, bs tree ਦਾ ਲੈਫਟ ਸਬ ਟਰੀ ਨਲ ਹੋ ਗਿਆ, bs tree ਦਾ ਰਾਈਟ ਸਬ ਟਰੀ ਵੀ ਨਲ ਹੋ ਗਿਆ। ਸੋ ਸਾਡੀ ਪਹਿਲੀ ਨੋਡ ਜਨਰੇਟ ਹੋ ਗਈ। ਉਸ ਤੋਂ ਬਾਅਦ ਅਸੀਂ ਇੱਥੋਂ ਰਿਟਰਨ ਕਰ ਜਾਵਾਂਗੇ। ਜੇ ਮੈਂ ਉਸ ਦਾ ਰੈਫਰੈਂਸ ਦੇਵਾਂ ਟਰੀ ਦਾ, ਤਾਂ ਸਾਡੀ ਆਹ ਵਾਲੀ ਨੋਡ ਜਿਹੜੀ ਹੈ ਉਹ ਜਨਰੇਟ ਹੋ ਚੁੱਕੀ ਹੈ। ਇਹਦਾ ਲੈਫਟ ਸਾਈਡ ਵੀ ਨਲ ਹੈ ਫਿਲਹਾਲ, ਐਂਡ ਇਹਦਾ ਰਾਈਟ ਸਾਈਡ ਵੀ ਫਿਲਹਾਲ ਨਲ ਹੈ, ਕਿਉਂਕਿ ਬਾਕੀ ਨੋਡਸ ਅਜੇ ਅਟੈਚ ਹੋਣੀਆਂ ਨੇ। ਇਸ ਤੋਂ ਬਾਅਦ ਇਹ ਮੁੜ ਜਾਾਂਗੇ। ਉਸ ਤੋਂ ਬਾਅਦ ਦੁਬਾਰਾ ਕਾਲ ਆਈ ਹੈ, ਇਨਸਰਟ ਕਰਨਾ ਹੈ 15, ਉਹੀ ਟਰੀ ਹੈ ਸੇਮ। ਸੋ ਰੂਟ ਨੋਡ ਦਾ ਐਡਰੈਸ ਜਾਏਗਾ, ਰੂਟ ਨੋਡ ਦਾ ਐਡਰੈਸ ਇੱਥੇ ਆਇਆ। ਹੁਣ ਉਹ ਨਲ ਨਹੀਂ ਹੈ, ਪਹਿਲੀ ਵਾਰ ਨਲ ਸੀ ਨਾ, ਹੁਣ ਤਾਂ ਉਹਦੇ 'ਚ 20 ਵੈਲਿਊ ਹੈ। ਤਾਂ 20 ਵੈਲਿਊ ਹੈ, ਇਹਦਾ ਮੀਨਸ ਇਹ ਜਿਹੜਾ ਇਫ ਹੈ ਇਹ ਫਸਟ ਟਾਈਮ ਚੱਲਿਆ ਸੀ, ਹਜੇ ਨਹੀਂ ਚੱਲੇਗਾ, ਦੁਬਾਰਾ ਚੱਲੇਗਾ ਲੇਕਿਨ ਅਜੇ ਨਹੀਂ ਚੱਲੇਗਾ, ਅਜੇ ਅਸੀਂ ਨੈਕਸਟ ਚਲੇ ਜਾਵਾਂਗੇ ਇਫ। ਹੁਣ ਇੱਥੇ ਟੈਸਟ ਕਰਨਾ ਹੈ ਕਿ ਜਿਹੜਾ ਡਾਟਾ ਆਇਆ ਹੈ ਉਹ ਸਾਡਾ ਐਡਰੈਸ ਵਾਲੀ ਨੋਡ ਤੋਂ, ਜਿਸ ਦਾ ਐਡਰੈਸ ਆਇਆ ਹੈ ਉਸ ਦੇ ਨਾਲੋਂ ਛੋਟਾ ਹੈ ਜਾਂ ਵੱਡਾ ਹੈ। ਇਫ n ਦੀ ਵੈਲਿਊ ਇਜ਼ ਲੈਸ ਦੈਨ bs tree ਦੇ ਡਾਟਾ ਤੋਂ, bs tree ਦੇ ਡਾਟਾ ਤੋਂ ਅਗਰ n ਦੀ ਵੈਲਿਊ ਲੈਸ ਹੈ, ਤਾਂ ਇਹ ਵੈਲਿਊ ਅਸੀਂ ਇਨਸਰਟ ਕਰਨੀ ਹੈ bs tree ਦੇ ਲੈਫਟ ਸਾਈਡ ਤੇ n ਵੈਲਿਊ, ਨਹੀਂ ਤਾਂ ਅਸੀਂ ਇਨਸਰਟ ਕਰਨੀ ਹੈ bs tree ਦੇ ਰਾਈਟ ਸਾਈਡ ਤੇ n ਵੈਲਿਊ ਐਂਡ ਰਿਟਰਨ। ਇਹ ਖੁਦ ਆਪਣੇ ਆਪ ਨੂੰ ਕਾਲ ਕਰ ਰਿਹਾ, ਰਿਕਰਸਿਵ ਕਾਲ ਹੋ ਰਹੀ ਹੈ ਇੱਥੇ। ਇਸੇ ਫੰਕਸ਼ਨ ਨੇ ਆਪਣੇ ਆਪ ਨੂੰ ਕਾਲ ਕਰਕੇ ਉਹ ਚੀਜ਼ ਲੈਫਟ ਸਾਈਡ ਦੇ ਉੱਤੇ ਲੈ ਜਾਣੀ। ਜੇ ਉਹ ਵੈਲਿਊ ਛੋਟੀ ਹੋਈ ਐਡਰੈਸ ਨੋਡ ਤੋਂ, ਜਿਹੜੀ ਐਡਰੈਸ ਆਇਆ ਜਿਸ ਨੋਡ ਦਾ, ਉਸ, ਜੇ ਵੱਡੀ ਹੋਈ ਤਾਂ ਰਾਈਟ ਸਾਈਡ ਤੋਂ ਲੈ ਜਾਣੀ ਹੈ। ਇਸੇ ਨੂੰ ਫਿਰ ਕਾਲ ਕਰਕੇ ਉਹਨੇ ਰਾਈਟ ਸਾਈਡ ਦੇ ਉੱਤੇ ਮੈਮਰੀ ਐਲੋਕੇਟ ਕਰਕੇ ਉਹਦੇ ਵਿੱਚ ਵੈਲਿਊ ਪਾ ਦੇਣੀ। ਤੇ ਸੋ ਇਹ ਰਿਕਰਸਿਵਲੀ ਆਪਣੇ ਆਪ ਨੂੰ ਜਿਹੜਾ ਕਾਲ ਕਰਦਾ ਰਹੇਗਾ
ਅਤੇ ਜਿਸ ਤਰ੍ਹਾਂ ਦੀਆਂ ਵੀ ਨੋਡਸ ਆਉਣਗੀਆਂ, ਜਿਵੇਂ ਨੈਕਸਟ ਟਾਈਮ ਦੇ ਉੱਤੇ 30 ਨੋਡ ਇਨਸਰਟ ਕਰਨ ਦੇ ਲਈ ਆਪਾਂ ਕਾਲ ਕੀਤਾ ਫੰਕਸ਼ਨ ਨੂੰ, ਤਾਂ ਫੰਕਸ਼ਨ ਕੋਲੇ ਐਡਰੈਸ ਆਇਆ ਰੂਟ ਨੋਡ ਦਾ, ਵੈਲਿਊ ਸੀ 30, ਸੋ ਨਲ ਤਾਂ ਹੈ ਨਹੀਂ ਵੈਲਿਊ ਜਿਸ ਨੋਡ ਦਾ ਐਡਰੈਸ ਆਇਆ। ਸੋ ਚੈੱਕ ਕੀਤਾ ਕਿ n ਦੀ ਵੈਲਿਊ ਜਿਹੜੀ ਹੈ ਉਹ ਡਾਟਾ ਨਾਲੋਂ, ਜੋ ਰੂਟ ਨੋਡ ਜਿਹੜੀ ਆਈ ਹੈ, ਜਿਹੜੀ ਵੀ ਨੋਡ ਆਈ ਹੈ ਉਸ ਨੋਡ ਦਾ ਡਾਟਾ ਨਾਲੋਂ ਲੈਸ ਹੈ, ਲੈਸ ਤਾਂ ਨਹੀਂ ਹੈ, ਗ੍ਰੇਟਰ ਹੈ। ਸੋ ਇਸ ਕਰਕੇ ਐਲਸ ਚੱਲੇਗਾ ਐਂਡ ਇਨਸਰਟ ਹੋ ਜਾਏਗਾ ਡਾਟਾ ਰਾਈਟ ਹੈਂਡ ਸਾਈਡ ਦੇ ਉੱਤੇ ਰਿਕਰਸਿਵ ਕਾਲ ਦੇ ਥਰੂ। ਸੋ ਇਹ ਚੀਜ਼ਾਂ ਇਨਸਰਟ ਇਦਾਂ ਹੀ ਹੁੰਦੀਆਂ ਰਹਿਣਗੀਆਂ ਜਿੰਨੇ ਮਰਜ਼ੀ ਇਸੇ ਤਰ੍ਹਾਂ ਕਾਲ ਕਰ ਲਈਏ ਆਪਾਂ ਰਿਪੀਟਡਲੀ। ਤੇ ਉਸ ਤੋਂ ਬਾਅਦ ਅਸੀਂ ਇਨ ਆਰਡਰ ਦੇ ਵਿੱਚ ਇਸ ਨੂੰ ਟਰੈਵਰਸ ਕਰਨ ਦੇ ਲਈ, ਪ੍ਰੀ ਆਰਡਰ 'ਚ ਟਰੈਵਰਸ ਕਰਨ ਲਈ ਤੇ ਪੋਸਟ ਆਰਡਰ ਟਰੈਵਰਸ ਕਰਨ ਲਈ 3 ਡਿਫਰੈਂਟ ਫੰਕਸ਼ਨ ਆਪਾਂ ਬਣਾਏ ਹੋਏ, ਜਿਹੜੇ ਕਿ ਆਹ ਵਾਲੇ ਨੇ। ਇਨ ਆਰਡਰ ਟਰੈਵਰਸਲ ਦੇ ਵਿੱਚ ਜਿਵੇਂ ਦੱਸਿਆ ਸੀ ਕਿ ਰੂਟ ਸੈਂਟਰ 'ਚ ਆ ਜਾਂਦੀ ਹੈ, ਮਤਲਬ ਜਿਹੜਾ ਹੈ ਪਹਿਲਾਂ ਅਸੀਂ ਲੈਫਟ ਸਬ ਟਰੀ, ਫਿਰ ਰੂਟ, ਫਿਰ ਰਾਈਟ। ਸੋ ਸੇਮ ਉਸੇ ਤਰ੍ਹਾਂ ਹੀ ਹੈ ਵੀ ਜੇ ਸਾਡੀ ਜਿਹੜੀ BS ਟਰੀ ਦੀ ਨੋਡ ਹੈ ਉਹ ਨਲ ਨਹੀਂ ਹੈ ਤਾਂ ਅਸੀਂ ਇਨ ਆਰਡਰ ਦੇ ਵਿੱਚ ਲੈਫਟ ਸਬ ਟਰੀ ਟਰੈਵਰਸ ਕਰਾਂਗੇ। ਫਿਰ ਜਿਹੜਾ ਡਾਟਾ ਹੈ, ਡਾਟਾ ਅਸਲ ਵਿੱਚ ਮਤਲਬ ਰੂਟ ਹੋ ਗਈ, ਰੂਟ ਦਾ ਡਾਟਾ ਜਿਹੜਾ ਉਸ ਸਬ ਟਰੀ ਦੀ ਰੂਟ ਦਾ ਡਾਟਾ ਪ੍ਰਿੰਟ ਹੋ ਜਾਏਗਾ। ਦੈਨ ਇਨ ਆਰਡਰ ਦੇ ਵਿੱਚ BS ਟਰੀ ਰਾਈਟ, ਜਿਹੜਾ ਰਾਈਟ ਸਬ ਟਰੀ ਹੈ ਉਹ ਟਰੈਵਰਸ ਹੋ ਜਾਏਗਾ। ਸੋ ਇਹ ਵੀ ਰਿਕਰਸਿਵ ਕਾਲ ਹੈ। ਸੋ ਇਹ ਆਪਣੇ ਆਪ ਨੂੰ ਇਸੇ ਤਰ੍ਹਾਂ ਨਾਲ ਇਹਨਾਂ ਨੇ ਕਾਲ ਕਰਦੇ ਰਹਿਣਾ, ਲੈਫਟ ਰਾਈਟ ਨੂੰ, ਲੈਫਟ ਨੂੰ ਵੀ ਤੇ ਰਾਈਟ ਨੂੰ ਵੀ। ਜੇ ਰਿਕਰਸ਼ਨ ਆਪਣੀ ਕਲੀਅਰ ਹੈ ਤਾਂ ਇਸ ਨੂੰ ਸਮਝਣਾ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਹੈ। ਤੇ ਇਨ ਆਰਡਰ ਟਰੈਵਰਸਲ ਹੋਏਗਾ ਲੈਫਟ ਸਬ ਟਰੀ ਦਾ, ਫਿਰ ਰੂਟ ਜਿਹੜੀ ਵੀ ਮਿਲੇਗੀ ਉਸ ਦਾ ਡਾਟਾ ਪ੍ਰਿੰਟ ਹੋ ਜਾਏਗਾ। ਸਬ ਰੂਟ ਵੀ ਹੋ ਸਕਦੀ ਹੈ, ਰੂਟ ਮੇਨ ਰੂਟ ਦੀ ਗੱਲ ਨਹੀਂ ਕਰ ਰਿਹਾ, ਕੋਈ ਵੀ ਨੋਡ ਜਿਹੜੀ ਐਂਡ ਤੇ ਅਸੀਂ ਪਹੁੰਚਾਂਗੇ ਉਸ ਦਾ ਡਾਟਾ ਪ੍ਰਿੰਟ ਹੋ ਜਾਏਗਾ। ਫਿਰ ਇਸੇ ਤਰ੍ਹਾਂ ਨਾਲ ਰਾਈਟ ਸਬ ਟਰੀ ਜਿਹੜਾ ਉਹ ਪ੍ਰਿੰਟ ਹੋ ਜਾਏਗਾ। ਨਹੀਂ ਤਾਂ ਅਸੀਂ ਰਿਟਰਨ ਕਰ ਜਾਵਾਂਗੇ ਜੇ ਸਾਨੂੰ ਨਲ ਮਿਲ ਗਿਆ, ਕੋਈ ਐਂਡ ਆ ਗਿਆ ਜਿਹੜਾ ਉਸਦਾ, ਜਾਂ ਉਹਦੀ ਵੈਲਿਊ ਜਿਹੜੀ ਹੈ ਨਹੀਂ ਅੱਗੇ, ਤਾਂ ਉੱਥੇ ਅਸੀਂ ਰਿਟਰਨ ਕਰ ਸਕਦੇ। ਪ੍ਰੀ ਆਰਡਰ ਦੇ ਵਿੱਚ ਦੱਸਿਆ ਸੀ ਕਿ ਪਹਿਲਾਂ ਅਸੀਂ ਰੂਟ ਦਾ ਡਾਟਾ ਪ੍ਰਿੰਟ ਕਰਦੇ ਹਾਂ, ਫਿਰ ਲੈਫਟ, ਫਿਰ ਰਾਈਟ। ਸੋ ਇਸੇ ਤਰ੍ਹਾਂ ਨਾਲ ਸਾਡੇ ਜਿਹੜਾ ਰੂਟ ਦਾ ਡਾਟਾ ਪ੍ਰਿੰਟ ਹੋ ਜਾਏਗਾ। ਫਿਰ ਪ੍ਰੀ ਆਰਡਰ ਦੇ ਵਿੱਚ ਲੈਫਟ ਆਰਡਰ ਟਰੈਵਰਸਲ ਹੋਏਗਾ ਰਿਕਰਸਿਵ ਕਾਲ ਦੇ ਥਰੂ। ਸੋ ਉਸੇ ਤਰ੍ਹਾਂ ਨਾਲ ਪ੍ਰੀ ਆਰਡਰ ਦੇ ਵਿੱਚ ਰਾਈਟ ਟਰੀ ਜਿਹੜਾ ਹੋਏਗਾ ਇਸ ਦਾ ਰਾਈਟ, ਉਸ ਦਾ ਵੀ ਟਰੈਵਰਸਲ ਹੋਏਗਾ ਰਿਕਰਸਿਵ ਕਾਲ ਦੇ ਥਰੂ। ਇੱਥੇ ਅਸੀਂ ਪੁਆਇੰਟਰ ਜਿਹੜਾ ਹੈ ਇਸ ਤਰ੍ਹਾਂ ਨਾਲ ਲਾਵਾਂਗੇ ਜਿਵੇਂ ਉੱਪਰ ਲੱਗੇ। ਸੇਮ ਪੋਸਟ ਆਰਡਰ ਟਰੈਵਰਸਲ ਹੈ ਜਿਸ ਦੇ ਵਿੱਚ ਲੈਫਟ ਸਬ ਟਰੀ ਪਹਿਲਾਂ, ਚੈਸਟਿੰਗ ਸਾਰਿਆਂ 'ਚ ਹੀ ਹੋ ਰਹੀ ਹੈ। ਦੇਖੋ ਵੀ ਇਹ ਨਲ ਨਹੀਂ ਹੋਣਾ ਚਾਹੀਦਾ, ਕਿਉਂਕਿ ਨਲ ਹੈ ਫਿਰ ਤਾਂ ਉਹ 'ਚ ਡਾਟਾ ਹੀ ਨਹੀਂ ਹੈ, ਨਲ ਨਹੀਂ ਹੋਣਾ ਚਾਹੀਦਾ। ਜੇ ਨਲ ਨਹੀਂ ਹੈ ਤਾਂ ਪੋਸਟ ਆਰਡਰ ਟਰੈਵਰਸਲ ਦੇ ਵਿੱਚ ਲੈਫਟ ਸਬ ਟਰੀ ਟਰੈਵਰਸ ਹੋਏਗਾ, ਪੋਸਟ ਆਰਡਰ ਦੇ ਵਿੱਚ ਹੀ ਰਾਈਟ ਸਬ ਟਰੀ ਟਰੈਵਰਸ ਹੋਏਗਾ। ਫਿਰ ਜਿਹੜਾ ਡਾਟਾ ਪ੍ਰਿੰਟ ਹੋ ਰਿਹਾ, ਮਤਲਬ ਲੈਫਟ ਰਾਈਟ ਰੂਟ, ਜਿਵੇਂ ਮੈਂ ਆਪਾਂ ਪਹਿਲਾਂ ਸਮਝਾ ਚੁੱਕੇ ਹਾਂ, ਗੱਲ ਹੋ ਚੁੱਕੀ ਹੈ। ਸੋ ਇਸ ਤਰ੍ਹਾਂ ਨਾਲ ਇਹ ਟਰੈਵਰਸਲ ਆਰਡਰਸ ਨੇ, ਇਹ ਸਾਰੇ ਰਿਕਰਸਿਵ ਫੰਕਸ਼ਨਸ ਨੇ। ਸੋ ਕੋਡ ਬਹੁਤ ਘੱਟ ਹੁੰਦਾ ਰਿਕਰਸਿਵ ਫੰਕਸ਼ਨ ਦੇ ਵਿੱਚ, ਪਰ ਇਹ ਬਹੁਤ ਈਜ਼ੀ ਹੁੰਦੇ ਨੇ ਡਿਵੈਲਪ ਕਰਨੇ। ਤੇ ਪੂਰੇ ਦਾ ਪੂਰਾ ਟਰੀ ਟਰੈਵਰਸ ਕਰ ਦੇਣਗੇ ਇਹ 3 ਲਾਈਨਾਂ, ਚਾਹੇ ਇਨ ਆਰਡਰ ਦੀਆਂ ਨੇ, ਚਾਹੇ ਪ੍ਰੀ ਆਰਡਰ ਦੀਆਂ ਨੇ, ਚਾਹੇ ਪੋਸਟ ਆਰਡਰ, ਪੂਰੇ ਦਾ ਪੂਰਾ ਟਰੀ, ਚਾਹੇ ਜਿੱਦਾਂ ਮਰਜ਼ੀ, ਕਿਉਂਕਿ ਉਹ ਰਿਕਰਸਿਵਲੀ ਕਾਲ ਕਰ ਰਹੇ ਨੇ, ਇੱਕ ਤਰ੍ਹਾਂ ਨਾਲ ਰਿਪੀਟਡਲੀ ਕਾਲ ਹੋ ਰਹੀ ਹੈ ਆਪਣੇ ਆਪ ਨੂੰ। ਸਰਚਿੰਗ ਕਿਵੇਂ ਕਰਾਂਗੇ ਅਸੀਂ ਬਾਈਨਰੀ ਸਰਚ ਟਰੀ ਦੇ ਵਿੱਚ? ਸਰਚਿੰਗ ਇਨ ਦਾ ਬਾਈਨਰੀ ਸਰਚ ਟਰੀ, ਸਰਚ ਕਰਨ ਲਈ ਉਸੇ ਤਰ੍ਹਾਂ ਕੰਪੇਅਰ ਕਰਨਾ ਪਏਗਾ। ਜੇ ਤਾਂ ਜਿਹੜੀ ਚੀਜ਼ ਨੂੰ ਸਰਚ ਕਰਨਾ ਹੈ ਉਹ ਛੋਟੀ ਹੈ ਰੂਟ ਨੋਡ ਨਾਲੋਂ, ਤਾਂ ਫਿਰ ਅਸੀਂ ਲੈਫਟ ਸਾਈਡ ਵੱਲ ਚਲੇ ਜਾਵਾਂਗੇ, ਜੇ ਵੱਡੀ ਹੈ ਤਾਂ ਅਸੀਂ ਰਾਈਟ ਸਾਈਡ ਵੱਲ ਚਲੇ ਜਾਵਾਂਗੇ। ਸਿੰਪਲ ਸੇਫ ਤਰੀਕਾ। To search for a node in BST, initially the data that is to be searched is compared with the data of the root. If data is equal to the data of the root, then it means ਤੁਹਾਡੀ ਜਿਹੜੀ ਸਰਚ ਸੀ ਉਹ ਕੰਪਲੀਟ ਹੋ ਗਈ, ਕਿਉਂਕਿ ਰੂਟ ਦੇ ਉੱਤੇ ਤੁਹਾਨੂੰ ਉਹ ਡਾਟਾ ਮਿਲ ਗਿਆ। If the data is equal to the data of the root node, then the searching is successful. If data is found to be greater than the data of the root node, then the searching process proceeds to the right subtree of the root node. ਜੇ ਵੱਡਾ ਡਾਟਾ ਜਿਹਨੂੰ ਸਰਚ ਕਰ ਰਹੇ ਹੋ ਉਹ ਆਈਟਮ ਰੂਟ ਦੀ ਡਾਟਾ ਆਈਟਮ ਨਾਲੋਂ ਵੱਡੀ ਹੈ, ਦੈਨ ਤੁਸੀਂ ਰਾਈਟ ਸਾਈਡ ਵੱਲ ਸਰਚ ਕਰੋਗੇ। ਅਦਰਵਾਈਜ਼ the searching process will proceed to the left subtree of the root node. Same procedure is repeated for the left and right subtree until the data is found. Left subtree ਤੇ ਜਾ ਕੇ ਵੀ ਫਿਰ ਉਹੀ ਤਰੀਕਾ ਕਿ ਲੈਫਟ subtree ਦੀ ਜਿਹੜੀ ਰੂਟ ਹੈ ਉਸ ਦੇ ਨਾਲ ਡਾਟਾ ਕੰਪੇਅਰ ਕਰਨਾ ਹੈ। ਅਗਰ ਡਾਟਾ ਜਿਹੜਾ ਸਰਚ ਕਰਨਾ ਉਹ ਵੱਡਾ ਹੈ, ਦੈਨ ਗ੍ਰੇਟਰ ਹੈ, ਦੈਨ ਰਾਈਟ ਸਾਈਡ ਤੇ ਸਰਚ ਕਰਾਂਗੇ, ਅਦਰਵਾਈਜ਼ ਲੈਫਟ ਸਾਈਡ ਦੇ ਉੱਤੇ ਸਰਚ ਕਰਾਂਗੇ। ਸੋ ਇਸ ਤਰ੍ਹਾਂ ਨਾਲ ਕਿਤੇ ਨਾ ਕਿਤੇ ਜਾ ਕੇ ਸਾਨੂੰ ਡਾਟਾ ਮਿਲ ਜਾਏਗਾ ਜਾਂ ਅਸੀਂ ਨਲ ਤੇ ਪਹੁੰਚ ਜਾਵਾਂਗੇ। During the process, if the leaf node is reached and data is not found, then it is concluded that data is
not present in the tree. ਸੋ ਫੰਕਸ਼ਨ ਕਿਵੇਂ ਆਪਾਂ ਡਿਵੈਲਪ ਕਰ ਸਕਦੇ ਹਾਂ? ਰਿਟਰਨ ਟਾਈਪ ਵੋਇਡ ਹੈ, ਸਰਚ ਫੰਕਸ਼ਨ ਦਾ ਨਾਮ ਹੈ। BS ਟਰੀ ਅਸੀਂ ਜੋ ਨੋਡ ਦਾ ਐਡਰੈਸ ਜਿਹੜਾ ਅਸੀਂ ਇਸ ਨੂੰ ਪਾਸ ਕਰਾਂਗੇ ਇਹ ਉਹ ਨੋਡ ਹੈ, ਰੂਟ ਨੋਡ ਹੋਏਗੀ ਫਸਟ ਟਾਈਮ ਦੇ ਉੱਤੇ। ਦੈਨ n ਵੈਲਿਊ ਜਿਹੜੀ ਅਸੀਂ ਸਰਚ ਕਰਨੀ ਚਾਹੁੰਦੇ। ਸੋ ਪਹਿਲਾਂ ਤਾਂ ਇਹੀ ਦੇਖਣਾ ਕਿ BS ਟਰੀ ਕਿਤੇ ਨਲ ਤਾਂ ਨਹੀਂ, ਜੇ ਨਲ ਨਹੀਂ ਹੈ ਤਾਂ ਅੱਗੇ ਜਾਵਾਂਗੇ, ਜੇ ਨਲ ਹੈ ਤਾਂ ਇੱਥੋਂ ਹੀ ਮੁੜ ਜਾਵਾਂਗੇ ਪ੍ਰਿੰਟ ਕਰਕੇ, ਨਾਟ ਫਾਊਂਡ ਕਰਕੇ ਇੱਥੋਂ ਹੀ ਵਾਪਸ ਰਿਟਰਨ। ਅਗਰ ਨਲ ਨਹੀਂ ਹੈ ਫਿਰ ਇੱਥੇ ਪਹੁੰਚ ਜਾਣਾ। ਹੁਣ n ਦਾ ਡਾਟਾ ਜੇ BS ਟਰੀ ਦੇ ਡਾਟੇ ਦੇ ਨਾਲੋਂ ਛੋਟਾ ਹੈ ਦੈਨ ਸਰਚ ਇਨ ਲੈਫਟ ਸਬ ਟਰੀ ਵਿਦ ਸੇਮ ਵੈਲਿਊ n। ਸੋ ਇਹ ਫਿਰ ਰਿਕਰਸਿਵ ਕਾਲ ਹੈ, ਇਹਨੇ ਆਪਣੇ ਆਪ ਨੂੰ ਇੱਥੇ ਐਡਰੈਸ ਤੇ ਇੱਥੇ ਡਾਟਾ ਦੇ ਦੇਣਾ ਤੇ ਸੇਮ ਪ੍ਰੋਸੈਸ ਰਿਪੀਟ ਹੋ ਜਾਏਗਾ। ਅਗਰ ਡਾਟਾ ਲੈਸ ਨਹੀਂ ਹੈ ਤਾਂ ਫਿਰ ਟੈਸਟ ਕਰਾਂਗੇ ਕਿ ਗ੍ਰੇਟਰ ਹੈ। ਜੇ ਗ੍ਰੇਟਰ ਹੈ then it will be searched in the right subtree with value n। ਸੇਮ ਰਿਕਰਸਿਵ ਕਾਲ ਹੈ, ਦੁਬਾਰਾ ਇਸੇ ਚੀਜ਼ ਨਾਲ ਫਿਰ ਇਹੀ ਪ੍ਰੋਸੈਸ ਰਿਪੀਟ ਹੋ ਜਾਏਗਾ। ਜੇ ਨਹੀਂ ਹੈ ਇਹਦਾ ਮਤਲਬ ਡਾਟਾ ਮੈਚ ਕਰਦਾ, ਇਕੁਅਲ ਹੋ ਗਿਆ, ਕਿਉਂਕਿ ਨਾ ਤਾਂ ਲੈਸ ਹੈ ਨਾ ਗ੍ਰੇਟਰ ਹੈ। ਇਟ ਮੀਨਸ ਦ ਡਾਟਾ ਇਜ਼ ਇਕੁਅਲ ਟੂ ਦ ਨੋਡ। तो डाटा फाउंड हो गया, ਇਹਦਾ ਮਤਲਬ डाटा इज प्रेजेंट एंड रिटर्न। ठीक है, अदरवाइज जे ਅਸੀਂ ਕੁਝ ਵੀ ਮਤਲਬ ਨਹੀਂ ਇਹਨਾਂ ਦੇ ਵਿੱਚੋਂ ਫੰਕਸ਼ਨ ਕੰਮ ਕਰਦਾ ਤਾਂ ਵੀ ਆਪਾਂ ਰਿਟਰਨ, ਕਿਉਂਕਿ ਰਿਟਰਨ ਟਾਈਪ ਜਿਹੜੀ ਹੈ ਉਹ ਦੇ ਦੇ ਕਿਉਂਕਿ ਤੇ ਐਗਜ਼ਿਟ ਕਰ ਦੇਗਾ ਫੰਕਸ਼ਨ। ਸੋ ਇਸ ਤਰ੍ਹਾਂ ਨਾਲ ਡਾਟਾ ਸਰਚ ਹੋ ਜਾਂਦਾ ਹੈ ਵੀ ਡਾਟਾ ਪ੍ਰੈਜ਼ੈਂਟ ਹੈ ਜਾਂ ਨਹੀਂ ਪ੍ਰੈਜ਼ੈਂਟ। ਡਿਲੀਸ਼ਨ ਇਨ ਬਾਈਨਰੀ ਸਰਚ ਟਰੀ। ਡਿਲੀਸ਼ਨ ਕਿਵੇਂ ਹੋਣੀ ਹੈ? ਇਨਸਰਟ ਤਾਂ ਆਪਾਂ ਕਰ ਲਈ ਸੀ, ਡਿਲੀਟ ਕਰਨਾ ਬਹੁਤ ਮੁਸ਼ਕਿਲ ਹੈ ਬਾਈਨਰੀ ਸਰਚ ਟਰੀ ਦੇ ਵਿੱਚ, ਕਿਉਂਕਿ ਰੂਟ ਦੀ ਜਿਹੜੀ ਨੋਡ ਹੈ ਉੱਥੋਂ ਸ਼ੁਰੂ ਕਰਕੇ ਅਸੀਂ ਨੋਡ ਫਾਈਂਡ ਕਰ ਲਾਂਗੇ ਕਿ ਆਹ ਵਾਲੀ ਨੋਡ ਹੈ ਅਸੀਂ ਡਿਲੀਟ ਕਰਨੀ ਹੈ। ਪਰ ਜਦੋਂ ਉਹਨੂੰ ਡਿਲੀਟ ਕਰਾਂਗੇ ਉਹਦੇ ਨੀਚੇ ਵਾਲੀਆਂ ਜਿਹੜੀਆਂ ਨੋਡਸ ਨੇ, ਜਿਹੜੀਆਂ ਉਹਦੀਆਂ ਸਬ ਟਰੀਜ਼ ਨੇ ਲੈਫਟ ਐਂਡ ਰਾਈਟ ਸਬ ਟਰੀ, ਉਹਨਾਂ ਨਾਲ ਕਿਵੇਂ ਡੀਲ ਕਰਾਂਗੇ ਉਹ ਇਨਸਰਟ ਨਾਲੋਂ ਜ਼ਿਆਦਾ ਡਿਫਿਕਲਟ ਹੈ, ਕਿਉਂਕਿ ਕਾਫੀ ਸਾਰੀਆਂ ਨੋਡਸ ਐਡਜਸਟ ਕਰਨੀਆਂ ਪੈਂਦੀਆਂ ਨੇ ਤੇ ਅਲੱਗ-ਅਲੱਗ ਕੇਸਿਸ ਬਣ ਜਾਂਦੇ ਨੇ। So we will discuss all those cases one by one. When deleting a node in the binary search tree, there are three possible cases. Case one is what? Node to be deleted has no children. ਇਹਦਾ ਮਤਲਬ ਹੈ ਨੋਡ ਹੈ ਜਿਹੜੀ ਉਹ ਬਿਲਕੁਲ ਐਂਡ ਤੇ ਪਈ ਹੈ, ਮਤਲਬ ਉਹਦੇ ਤੇ ਉਹ ਲੀਫ ਨੋਡ ਹੈ, ਉਹਦੇ ਲੈਫਟ ਤੇ ਵੀ ਕੋਈ ਟਰੀ ਨਹੀਂ ਤੇ ਰਾਈਟ ਤੇ ਵੀ ਕੋਈ ਟਰੀ ਤਾਂ ਕਿ ਨੋਡ ਵੀ ਨਹੀਂ। ਜਿਵੇਂ ਆਹ ਵਾਲੀ ਨੋਡ ਹੈ, ਇਸ ਨੋਡ ਦੇ ਉੱਤੇ ਨਾ ਤਾਂ ਲੈਫਟ ਤੇ ਕੋਈ ਨੋਡ ਹੈ ਨਾ ਰਾਈਟ ਤੇ। ਇਹਨੂੰ ਡਿਲੀਟ ਕਰਨਾ ਬਹੁਤ ਈਜ਼ੀ ਹੈ, ਜਸਟ ਇਹਦਾ ਜਿਹੜਾ ਲਿੰਕ ਹੈ ਇਹ ਤੋੜਨਾ ਹੈ ਤੇ ਇਹਦੇ ਰਾਈਟ ਦੇ ਉੱਤੇ ਨਲ ਪਾ ਦੇਣਾ। ਬਸ ਇੱਥੇ ਨਲ ਐਡ ਕਰ ਦਾਂਗੇ ਜਦੋਂ ਇਹਦੇ ਪੇਰੈਂਟ ਦੇ ਰਾਈਟ ਦੇ ਉੱਤੇ, ਤਾਂ ਇਹ ਨੋਡ ਆਪੇ ਡਿਲੀਟ ਹੋ ਜਾਊਗੀ। ਸੋ ਸਭ ਤੋਂ ਸੌਖਾ ਕੇਸ ਇਹੀ ਹੈ ਕਿ ਜਿਹੜੀ ਨੋਡ ਡਿਲੀਟ ਕਰਨੀ ਹੈ ਉਹਦਾ ਨਾ ਤਾਂ ਲੈਫਟ ਚਿਲਡਰਨ ਹੈ ਨਾ ਰਾਈਟ ਚਿਲਡਰਨ। ਨੋਡ ਟੂ ਬੀ ਡਿਲੀਟਡ ਹੈਜ਼ no children. In this case, either the left link or the right link of the parent of this node should be set to null. Simplest way. दूसरा केस थोड़ा जिहा डिफिकल्ट होएगा। नोड टू बी डिलीटेड हैज वन चाइल्ड। जिवें हुण आह वाला आह केस लै सकदे हां आपां, आह वाला केस इत्थे ਇਹ ਨੋਡ ਅਸੀਂ ਅਗਰ ਡਿਲੀਟ ਕਰਨੀ ਹੈ 30 ਵਾਲੀ ਨੋਡ, ਤਾਂ ਇਸ ਨੋਡ ਦਾ ਇੱਕ ਚਾਈਲਡ ਹੈ 25 ਜੋ ਲੈਫਟ ਸਾਈਡ ਦੇ ਉੱਤੇ ਲੱਗਿਆ ਹੈ। ਇਸ ਦਾ ਕੁਛ ਨਾ ਕੁਛ ਕਰਨਾ ਪਏਗਾ, ਇਸ ਨੂੰ ਅਸੀਂ ਇਸ ਦੇ ਪੇਰੈਂਟ ਨਾਲ ਅਟੈਚ ਕਰਾਂਗੇ। ਇਨ ਦਿਸ ਕੇਸ we have to adjust the pointer of the parent of this node to point to the child of this node. ਇਸ ਨੋਡ ਜਿਹਨੂੰ ਅਸੀਂ ਡਿਲੀਟ ਕਰਨਾ ਇਹਦੇ ਪੇਰੈਂਟ ਦਾ ਜਿਹੜਾ ਪੁਆਇੰਟਰ ਹੈ ਉਹ ਅਸੀਂ ਇਸ ਦੇ ਨਾਲ ਅਟੈਚ ਕਰਕੇ ਫਿਰ ਇਸ ਨੂੰ ਅਸੀਂ ਡਿਲੀਟ ਕਰਾਂਗੇ। ਸੋ ਇਹ ਦੂਸਰਾ ਕੇਸ ਹੋ ਗਿਆ ਜਿਹੜਾ ਪਹਿਲੇ ਨਾਲੋਂ ਥੋੜਾ ਡਿਫਿਕਲਟ ਹੈ ਪਰ ਇੰਨਾ ਜ਼ਿਆਦਾ ਡਿਫਿਕਲਟ ਨਹੀਂ। ਥਰਡ ਕੇਸ ਇਜ਼ ਮੋਸਟ ਡਿਫਿਕਲਟ ਕੇਸ। ਇਹਦੇ ਵਿੱਚ ਕੀ ਹੈ, ਲੈਫਟ ਸਾਈਡ ਦੇ ਉੱਤੇ ਤੇ ਰਾਈਟ ਸਾਈਡ ਤੇ ਦੋਨੋਂ ਪਾਸੇ ਚਾਈਲਡ ਹੈਗੇ ਨੇ। ਸਬ ਟਰੀ ਵੀ ਹੋ ਸਕਦੇ ਨੇ, ਚਾਈਲਡ ਤਾਂ ਲੱਗੇਗਾ ਹੀ ਤਾਂ ਹੀ ਸਬ ਟਰੀ ਅੱਗੇ बढ़ेगा। Node to be deleted has two children. In this case, the data of the in-order successor करना की है, in-order successor ਲੱਭਣਾ ਪਏਗਾ। In-order successor node should be copied into the node to be deleted. ਜਿਵੇਂ ਹੁਣ ਇੱਥੇ ਆਪਣੇ ਕੋਲੇ ਜੋ ਸੀ, ਮੈਂ ਇਹਨੂੰ ਇਰੇਜ਼ ਕਰਕੇ ਦਿਖਾਣਾ ਦੁਬਾਰਾ। ਆਹ ਕੇਸ ਲਾ ਲੈਂਦੇ ਆ ਵੀ 20 ਵਾਲਾ ਜਿਹੜਾ ਡਾਟਾ 20 ਐਲੀਮੈਂਟ ਦਿਖ ਰਿਹਾ ਹੋਏਗਾ ਆਹ ਵਾਲਾ, ਇਸ ਨੂੰ ਅਸੀਂ ਡਿਲੀਟ ਕਰਨਾ। ਹੁਣ ਇਸ ਦੇ ਲੈਫਟ ਸਾਈਡ ਤੇ ਵੀ ਇੱਕ ਨੋਡ ਹੈ, ਇਸ ਦੇ ਰਾਈਟ ਤੇ ਵੀ ਇੱਕ ਨੋਡ ਹੈ। ਇਹਦਾ ਮਤਲਬ ਇਹ ਕੇਸ ਡਿਫਿਕਲਟ ਕੇਸ ਹੈ। ਇਸ ਦੇ ਵਿੱਚ ਕੀ ਕਰਨਾ ਪਏਗਾ,
20 ਦਾ ਇਨ ਆਰਡਰ ਸਕਸੈਸਰ ਲੱਭਣਾ ਅਤੇ ਉਹ ਡਾਟਾ ਜਿਹੜਾ ਇਨ ਆਰਡਰ ਸਕਸੈਸਰ ਚ ਪਿਆ ਉਹ ਇਹਦੀ ਜਗ੍ਹਾ ਤੇ ਕਾਪੀ ਕਰਨਾ। ਹੁਣ 20 ਦਾ ਇਨ ਆਰਡਰ ਸਕਸੈਸਰ ਕਿਹੜਾ ਹੋਏਗਾ? ਇਨ ਆਰਡਰ ਟ੍ਰੈਵਰਸਲ ਕਰਾਂਗੇ ਤਾਂ 20 ਦਾ ਇਨ ਆਰਡਰ ਸਕਸੈਸਰ ਕੌਣ ਹੈ? 20 ਤੋਂ ਬਾਅਦ ਕਿਹਨੇ ਪ੍ਰਿੰਟ ਹੋਣਾ ਸੀ? ਲੈਫਟ रूट, लैफ्ट रूट, राइट। राइट मतलब आ वाला, लेकिन ये तो पहला 25, तो 25 इज द इन ऑर्डर सक्सेसर। ਇਹਦਾ ਜਿਹੜਾ 25 वैल्यू है दैट विल बी कॉपीड हेयर। इस नोड ਨੂੰ ਅਸਲ ਵਿੱਚ ਡਿਲੀਟ ਨਹੀਂ ਕੀਤਾ ਜਾਣਾ, ਇੱਥੇ ਸਿਰਫ ਡਾਟਾ ਕਾਪੀ ਕੀਤਾ ਜਾਣਾ, ਰਿਪਲੇਸ ਕੀਤਾ ਜਾਣਾ ਐਂਡ ਵਾਲੀ ਨੋਡ ਜਿਹੜੀ ਇੱਥੇ ਇਨ ਆਰਡਰ ਸਕਸੈਸਰ ਨੋਡ ਆ ਰਹੀ ਹੈ ਉਸਦਾ। So in this case, the data of the in order successor node should be copied into the node to be deleted. The in order successor of the current node will have to have the smallest value in the right subtree. In order successor वैसे तो order च आपां लभ ही लैंदे आ, पर जिहड़ा भी in order successor होएगा right subtree ते जां left subtree ते जिहड़े पासे भी ਉਹ delete ਕੀਤਾ ਜਾ ਰਿਹਾ ਤਾਂ ਉਹ ਰਾਈਟ ਸਾਈਡ ਦੇ ਉੱਤੇ ਸਭ ਤੋਂ ਛੋਟੀ ਵੈਲਿਊ ਜਿਹੜੀ ਆਏਗੀ ਉਹ ਇਨ ਆਰਡਰ ਸਕਸੈਸਰ ਹੋਏਗਾ, BS ਟਰੀ ਹੈ। ਆ ਦੇਖੋ 25 ਹੈ, 30 ਵੱਡੀ ਹੈ, 25 ਸਮਾਲਰ ਹੈ। ਜੇ ਇਸ ਤੋਂ ਵੀ ਛੋਟਾ ਕੋਈ ਹੁੰਦਾ, ਮੰਨ ਲਓ ਉਹਦੇ 10 ਹੁੰਦਾ ਤਾਂ ਉਹਨੇ ਇਨ ਆਰਡਰ ਸਕਸੈਸਰ ਬਣ ਜਾਣਾ ਸੀ, ਉਹਦੀ ਵੈਲਿਊ ਕਾਪੀ ਹੋਣੀ ਸੀ। ਸੋ ਇਨ ਆਰਡਰ ਸਕਸੈਸਰ 'ਚ ਹਮੇਸ਼ਾ ਸਮਾਲੈਸਟ ਵੈਲਿਊ ਹੋਏਗੀ ਰਾਈਟ ਸਬ ਟਰੀ ਤੇ, that will be copied to the node to be deleted. This in order successor should then be deleted using the same procedure as deleting with one child or no child. ਆ ਜਿਹੜਾ in order successor ਹੈ ਇਹਨੂੰ ਫਿਰ delete ਕਰ ਦਿੱਤਾ ਜਾਂਦਾ, ਮਤਲਬ ਇਹਦੀ ਜਗ੍ਹਾ ਵਾਲੀ ਵੈਲਿਊ ਪੇਰੈਂਟ ਨੂੰ ਦੇ ਕੇ ਜਿਹੜਾ ਵੀ delete ਕਰਨੀ ਸੀ ਨੋਡ ਉਹਨੂੰ ਦੇ ਕੇ ਇਹਨੂੰ delete ਕੀਤਾ ਜਾਂਦਾ। This is the procedure to be followed when there are children on both the sides of a node. This is the recursive procedure function ਆਪਾਂ ਜਿਹੜਾ ਡਿਵੈਲਪ ਕਰਿਆ। ਸਟਰਕਟ ਟਰੀ ਨੋਡ ਡਿਲੀਟ ਫੰਕਸ਼ਨ ਦਾ ਨਾਮ ਹੋ ਗਿਆ, ਇਹਨੂੰ ਆਪਾਂ ਨੋਡ ਦੇਾਂਗੇ, n ਵੈਲਿਊ ਹੋਏਗੀ। ਮੇਨ ਅਤੇ ਟੈਂਪ ਨਾਂ ਦੀਆਂ ਦੋ ਨੋਡਸ ਆਪਾਂ ਨੇ ਇੱਥੇ ਡਿਕਲੇਅਰ ਕੀਤੀਆਂ ਨੇ। ਟੈਂਪਰੇਰੀ ਤੌਰ ਤੇ ਇਹਨਾਂ ਨੂੰ ਵਰਤਿਆ ਜਾਏਗਾ। ਜੇ ਸਾਡੀ BS ਟਰੀ ਨੋਡ ਨਲ ਹੈ ਤਾਂ ਇੱਥੋਂ ਹੀ ਮੁੜ ਜਾਵਾਂਗੇ ਕਿਉਂਕਿ ਉਹਦੇ 'ਚ ਤਾਂ ਡਾਟਾ ਹੀ ਹੈ, नहीं तो जे छोटा है तो डिलीट नूं कॉल करांगे लैफ्ट सब ट्री की एड्रैस दे के, लैफ्ट सब ट्री का जिहड़ा एड्रैस है वो सप्लाई करके। नहीं तो असी राइट सब ट्री, जे वो वैल्यू जिहड़ी n दी है वो ग्रेटर है दैन राइट साइड के उत्ते उहनूं सर्च करांगे। सर्च वाला ही काम है, BS ट्री नूं जिवें सर्च करते सी सेम प्रोसीजर। सो जदों मिल जाएगी वैल्यू उदों डिलीट करना है। अजे वो आपां कहा जी छोटी है वैल्यू तो लैफ्ट सब ट्री ते सर्च करांगे, जे वड्डी है तो राइट सब ट्री ते सर्च करांगे जिवें पिछे सर्च करिया। जे मिल गई है तो एल्स ते आ गई, मतलब इक्वल है, मतलब मिल गई जिन्हों डिलीट करना सी। सो अगर वो मिल गई है फिर आ प्रोसीजर फॉलो करना पेगा जिहड़ा अपने कोले प्रेजेंट। ਇਹਦੇ ਵਿੱਚ ਉਸੇ ਤਰ੍ਹਾਂ ਨਾਲ ਜੇ BS ट्री ਦਾ ਲੈਫਟ ਤੇ ਵੀ ਕੋਈ ਵੈਲਿਊ ਹੈ ਇਹਦਾ ਮਤਲਬ ਹੈ ਐਂਡ BS ट्री ਦੇ ਰਾਈਟ ਤੇ ਵੀ ਕੋਈ ਵੈਲਿਊ ਹੈ, मतलब दोने चिल्ड्रन ने, ता केस है। उस केस दे विच असीं मिन कड्डांगे, फाइंड मिनिमम। मिनिमम मतलब द स्मॉलेस्ट वैल्यू फ्रॉम द राइट सब ट्री। ਇਹਦੇ ਲਈ ਇੱਕ ਹੋਰ ਫੰਕਸ਼ਨ ਕਾਲ ਕਰਿਆ ਗਿਆ फाइंड मिन ਨਾਂ ਦਾ ਫੰਕਸ਼ਨ, ਜਿਹੜਾ ਕਿ ਆ ਡਿਫਾਈਨ ਕੀਤਾ ਹੈ। ਇਹ ਸਮॉलेस्ट ਵੈਲਿਊ फाइंड आउट कर लेगा। ਇਹ ਕਿਵੇਂ ਕਰੇਗਾ? ਇਹਨੂੰ ਆਪਾਂ ट्री ਦੀ ਵੈਲਿਊ ਦੇ ਦਿੱਤੀ ਉਸ ਨੋਡ ਦੀ ਜਿਸ ਨੂੰ ਅਸੀਂ ਜਿਸ ਨੂੰ ਡਿਲੀਟ ਕਰਨਾ, ठीक है। उस तो बाद असी उसकी राइट साइड वाली नोड, सॉरी जिसनों असी डिलीट करना है उसकी राइट साइड वाली नोड, क्योंकि जो वो विच आ गई फिर तो वही स्मॉलेस्ट बन जानी है। सो द राइट साइड वाली नोड की असी जी एड्रैस है वो पास करनी। जे नल है तो रिटर्न कर जाएंगे, लैफ्ट सब ट्री नल है तो BS ट्री, जिहदा लैफ्ट सब ट्री नल होगा तो यही स्मॉलेस्ट होगी, इत्थों ही आप रिटर्न कर देंगे। मतलब लैफ्ट तो नल है, जिहदा लैफ्ट नल हो गया तो जिथे असीं पहुंचे हैं वो स्मॉलेस्ट है, क्योंकि वो लैफ्ट तो होर है नहीं। जे लैफ्ट तो हुंदा तां होर स्मॉलेस्ट लभ जानी, उस स्मॉलर लभ जानी। सो जिथे लैफ्ट नल आ गया तो उस नल का जिहड़ा पेरेंट है, मतलब द लास्ट नोड, वो जिहड़ी है वो स्मॉलेस्ट वैल्यू। अदरवाइज असीं फाइंड मिन नूं रिकर्सिवली फिर कॉल कर रहे हैं, फिर उस तरह नाल लैफ्ट राइट चैक करेगा,
ਤੇ ਜਿੱਥੇ ਵੀ ਮਿਲੇਗੀ ਉਹ ਵੈਲਿਊ ਜਦੋਂ ਸਮਾਲੈਸਟ ਨੋਡ ਸਾਡੇ ਕੋਲੇ ਆ ਜਾਏਗੀ ਉਹ ਸਾਨੂੰ ਇੱਥੋਂ ਪਤਾ ਲੱਗ ਜਾਏਗੀ ਮਿਨ ਦੇ ਵਿੱਚ ਆ ਜਾਏਗੀ ਉਹ ਸਮਾਲੈਸਟ। ਫਿਰ ਅਸੀਂ ਕਾਪੀ ਕਰ ਰਹੇ ਹਾਂ BS ਟਰੀ ਦੇ ਡਾਟਾ 'ਚ ਮਿਨ ਦਾ ਡਾਟਾ। ਮਿਨ ਉਹ ਨੋਡ ਹੈ ਜਿਹਦੇ ਕੋਲੇ ਸਮਾਲੈਸਟ ਵੈਲਿਊ ਹੈ ਰਾਈਟ ਸਾਈਡ ਦੇ ਉੱਤੇ। ਤਾਂ ਉਹ ਡਾਟਾ ਜਿਹੜਾ ਹੈ ਜਿਹੜੀ ਨੋਡ ਨੂੰ ਡਿਲੀਟ ਕਰਨਾ ਉਹ 'ਚ ਕਾਪੀ ਕੀਤਾ ਜਾ ਰਿਹਾ। ਉਸ ਤੋਂ ਬਾਅਦ BS ਟਰੀ ਦੇ ਰਾਈਟ ਦੇ ਉੱਤੇ ਜਿਹੜੀ ਨੋਡ ਹੈ ਉਹਨੂੰ ਡਿਲੀਟ ਕਰਨਾ ਅਸੀਂ ਉਹਦੇ ਰਾਈਟ ਹੈਂਡ ਸਾਈਡ ਤੇ ਆਹ ਵਾਲੇ ਡਾਟੇ ਆਣੇ। ਇਸ ਡਾਟੇ ਰਾਈਟ ਸਾਈਡ ਵਾਲੇ ਪਾਸੇ ਜਿਹੜੇ ਵੀ ਆਹ ਡਾਟੇ ਵਾਲੀ ਨੋਡ ਹੈ ਉਹਨੂੰ ਡਿਲੀਟ ਕਰਨਾ। ਇਹ ਡਿਲੀਟ ਫੰਕਸ਼ਨ ਆਪਾਂ ਰਿਕਰਸਿਵਲੀ ਫਿਰ ਇਹਨੂੰ ਉਸੇ ਤਰ੍ਹਾਂ ਨਾਲ ਕਾਲ ਕੀਤਾ ਜਾ ਰਿਹਾ ਆਪਣੇ ਆਪ। ਇਹ ਉਸ ਨੋਡ ਨੂੰ ਫਿਰ ਇਸੇ ਤਰੀਕੇ ਨਾਲ ਫਾਲੋ ਕਰਕੇ ਡਿਲੀਟ ਕਰੇਗਾ। ਹੁਣ ਦੂਸਰਾ ਇਹ ਹੈ ਕਿ ਲੈਫਟ ਤੇ ਜਾਂ ਰਾਈਟ ਤੇ ਦੋਹਾਂ ਚੋਂ ਇੱਕ ਪਾਸੇ ਟਰੀ ਨਹੀਂ ਹੈ। ਜੇ ਨਹੀਂ ਹੈ ਤਾਂ ਟੈਂਪਰੇਰੀ 'ਚ ਅਸੀਂ ਉਸ ਨੋਡ ਨੂੰ ਕਾਪੀ ਕਰ ਲਿਆ, ਕਿਉਂਕਿ ਉੱਥੇ ਫਿਰ ਦੋ ਕੇਸ ਹੋ ਸਕਦੇ ਨੇ, ਜਾਂ ਤਾਂ ਇੱਕ ਚਾਈਲਡ ਹੈ ਜਾਂ ਕੋਈ ਚਾਈਲਡ ਨਹੀਂ। ਕਿਉਂਕਿ ਜੇ ਦੋ ਚਾਈਲਡ ਨੇ ਫਿਰ ਤਾਂ ਡੀਲ ਕਰ ਲਿਆ ਆਪਾਂ ਜਿਵੇਂ ਪਹਿਲਾਂ ਸਮਝਿਆ। ਜੇ ਕੋਈ ਚਾਈਲਡ ਨਹੀਂ ਜਾਂ ਇੱਕ ਚਾਈਲਡ ਹੈ ਤਾਂ ਫਿਰ ਟੈਂਪਰੇਰੀ 'ਚ ਉਸਨੂੰ ਕਾਪੀ ਕਰ ਲਿਆ। ਫਿਰ ਦੇਖਾਂਗੇ ਕੀ ਉਹਦਾ ਲੈਫਟ ਚਾਈਲਡ ਨਲ ਹੈ। ਜੇ ਹਾਂ ਨਲ ਹੈ ਤਾਂ ਫਿਰ ਉਹਦਾ ਜਿਹੜਾ ਰਾਈਟ ਚਾਈਲਡ ਹੈ ਉਸ ਨੂੰ ਅਸੀਂ ਬੀ ਟਰੀ ਬਣਾ ਦਾਂਗੇ। ਰਾਈਟ ਚਾਈਲਡ ਬੀ ਟਰੀ ਬਣਾ ਦਾਂਗੇ, ਰਾਈਟ ਵਾਲੇ ਨੂੰ ਡਿਲੀਟ ਕਰਨਾ ਬਾਅਦ 'ਚ। ਤੇ ਜੇ ਉਹਦਾ ਰਾਈਟ ਨਲ ਹੈ ਤਾਂ ਅਸੀਂ ਲੈਫਟ ਵਾਲੇ ਨੂੰ ਬੀ ਟਰੀ ਬਣਾ ਦਾਂਗੇ, PS ਟਰੀ ਬਣਾ ਦਾਂਗੇ, ਮਤਲਬ ਕਰੰਟ ਨੋਡ ਬਣਾ ਦਾਂਗੇ। ਟੈਂਪਰੇਰੀ ਨੂੰ ਨਲ ਕਰ ਦਿਆਂਗੇ, ਰਿਟਰਨ BS ਟਰੀ। ਉਹ ਜਿਹੜੀ ਨੋਡ ਹੈ ਜਿਹੜੀ ਉਹ ਰਿਟਰਨ ਹੋ ਜਾਏਗੀ ਨਲ, ਜਿਹੜੀ ਅਸੀਂ ਸੈੱਟ ਕਰ ਦਿੱਤੀ। ਸੋ ਇਸ ਤਰ੍ਹਾਂ ਨਾਲ ਡਿਲੀਟ ਕਰਨ ਦਾ ਜਿਹੜਾ ਪ੍ਰੋਸੀਜਰ ਮੈਂ ਇਸ ਐਲਗੋਰਿਥਮ ਦੇ ਵਿੱਚ ਸਮਝਾਇਆ ਸੀ ਕੇਸਿਸ ਦੇ ਅਕੋਰਡਿੰਗਲੀ। ਸੋ ਸਾਰੇ ਕੇਸ ਇਹਦੇ ਵਿੱਚ ਉਸੇ ਤਰ੍ਹਾਂ ਆ ਗਏ ਨੇ। ਆਹ ਜਿਹੜਾ ਕੇਸ ਹੈ ਇਹਦਾ ਮਤਲਬ ਹੈ ਕਿ ਦੋ ਚਾਈਲਡ ਨੇ, ਲੈਫਟ ਵੀ ਹੈ ਰਾਈਟ ਵੀ ਹੈ, ਦਾ ਮੋਸਟ ਡਿਫੀਕਲਟ ਕੇਸ। ਜੇ ਇਹ ਨਹੀਂ ਹੈ ਤਾਂ ਫਿਰ ਆਹ ਜਿਹੜਾ ਐਲਸ ਵਾਲਾ ਹੈ ਇਹਦੇ ਵਿੱਚ ਹੈ ਕਿ ਜਾਂ ਤਾਂ ਇੱਕ ਚਾਈਲਡ ਹੈ ਜਾਂ ਕੋਈ ਚਾਈਲਡ, ਤਾਂ ਉਹਨਾਂ ਦੋਵਾਂ ਨੂੰ ਡੀਲ ਕਰੇਗਾ। ਇਹਦੇ ਵਿੱਚ ਅਸਲ ਵਿੱਚ ਇੱਕ ਚਾਈਲਡ ਦੇ ਉੱਤੇ ਨੇ ਆਪਣੇ ਆਪ ਪਹੁੰਚ ਜਾਣਾ ਵੀ ਜਿਹੜਾ ਲੈਫਟ ਨਲ ਹੈ ਤਾਂ ਲੈਫਟ ਵਾਲੇ ਪਾਸੇ ਰਾਈਟ ਵਾਲੇ ਨੂੰ ਯੂਜ਼ ਕਰਾਂਗੇ, ਜੇ ਰਾਈਟ ਨਲ ਹੈ ਤਾਂ ਲੈਫਟ ਵਾਲੇ ਨੂੰ ਯੂਜ਼ ਕਰਾਂਗੇ। ਤੇ ਇਸ ਤਰ੍ਹਾਂ ਨਾਲ ਇਸ ਦੀ ਡਿਲੀਸ਼ਨ